अस्सलाम वालेकुम बॉस जी। वालेकुम सलाम। ਐਤਕੀ ਮਹਿੰਗਾਈ ਦਾ ਬੌਸ ਜੀ ਕੀ ਬਣੂਗਾ? वाह बई वाह। ਉਹ ਮਕਈ ਵਾਲੇ ਯਾਰ ਕੀ ਨਜ਼ਾਰੇ ਲੈਣਗੇ। ਉਹ ਗੱਲ ਸੁਣ ਲਓ ਜ਼ਿਮੀਂਦਾਰੋ ਮੇਰੀ ਗੱਲ ਐਵੇਂ ਆ, ਜੇ ਕੋਈ ਜ਼ਿਮੀਂਦਾਰ ਹੈ ਜਾਂ ਨਹੀਂ ਹੈ, ਜੋ ਕਿਸੇ ਦਾ ਕੋਈ ਰਿਸ਼ਤੇਦਾਰ ਬੇਲੀ ਦੋਸਤ ਜੋ ਵੀ ਜ਼ਿਮੀਂਦਾਰ ਉਹਦੇ ਤੱਕ ਵੀਡੀਓ ਪਹੁੰਚਾਉਣੀ ਹੈ, ਨਜ਼ਾਰੇ ਆ ਗਏ ਨੇ, ਅੱਲਾਹ ਪਾਕ ਦਾ ਸ਼ੁਕਰ ਕਰੋ। ਗੱਲ ਐਵੇਂ ਆ ਵੀ ਮਕਈ ਦਾ ਇਸ ਦਫਾ ਇਨਸ਼ਾਅੱਲਾ ਤਾਲਾ ਬਿਹਤਰੀਨ ਫਿਊਚਰ ਹੈ, ਲੇਕਿਨ ਇਹਦੇ ਵਿੱਚ ਜੋ ਪਿੱਛੇ ਰਿਵਾਜ ਚੱਲ ਰਿਹਾ ਨਾ ਕਣਕ ਵਾਲਾ, ਉਹ ਰਿਵਾਜ ਨੂੰ ਵਰਤ ਕੇ ਜਿਹੜੀ ਸਟਾਕ ਮਾਫੀਆ ਨਾ ਉਹਨੇ ਕਿਸਾਨ ਕੋਲੋਂ ਮਕਈ ਖੋਹਣੀ ਹੈ, ਆਪਾਂ ਉਹਦੇ ਤੋਂ ਬਚਣਾ ਹੈ। ਹੁਣ ਮਕਈ ਦਾ ਫਿਊਚਰ ਵਧੀਆ ਕਿਵੇਂ ਆ ਇਹ ਜਰਾ ਤੁਹਾਨੂੰ ਸਮਝਾਉਣਾ। ਮੈਂ ਸਾਦਾ ਜੀ ਇੱਕ ਗੱਲ ਕਈ ਦਫਾ ਸਮਝਾਉਣਾ ਹੁੰਦਾ ਕਿ ਪਾਕਿਸਤਾਨ ਦੇ ਵਿੱਚ ਦੇਖੋ ਇੰਟਰਨੈਸ਼ਨਲ ਐਕਸਪੋਰਟ ਜੋਗੇ ਤਾਂ ਅਸੀਂ ਹੈ ਨਹੀਂ, ਤੇ ਪਾਕਿਸਤਾਨ ਦੇ ਵਿੱਚ ਜਿਹੜੀ ਨਾ ਕੋਈ ਵੀ ਫਸਲ ਹੈ ਉਹਦੀ ਕੀਮਤ ਦਾ ਅਨੁਸਾਰ ਜਿਹੜਾ ਹੁੰਦਾ ਉਹ ਡਿਮਾਂਡ ਤੇ ਸਪਲਾਈ ਦੇ ਉੱਤੇ ਹੁੰਦਾ ਹੈ। ਤੇ ਜੇ ਡਿਮਾਂਡ ਜ਼ਿਆਦਾ ਹੋ ਜਾਵੇ ਸਪਲਾਈ ਘੱਟ ਹੋਵੇ ਤਾਂ ਰੇਟ ਆਪੇ ਵੱਧ ਜਾਂਦਾ, ਤੇ ਜੇ ਸਪਲਾਈ ਜ਼ਿਆਦਾ ਹੋਵੇ ਡਿਮਾਂਡ ਘੱਟ ਹੋਵੇ ਤਾਂ ਰੇਟ ਆਪੇ ਘੱਟ ਜਾਂਦਾ, ਜਿਵੇਂ ਕਣਕ ਨਾਲ ਹੋਈ ਏ। ਪਰ ਕਣਕ ਨਾਲ ਓਨੀ ਹੋਈ ਨਹੀਂ ਜਿੰਨੀ ਇਹਨਾਂ ਕਰਾਈ ਏ, ਤੇ ਪਰ ਹੁਣ ਮਕਈ 'ਚ ਨਹੀਂ ਐਵੇਂ ਹੋਣ ਦੇਣੀ, ਕਿਉਂਕਿ ਕਣਕ ਦਾ ਸੀਨ ਕੋਈ ਸਮਝ ਨਹੀਂ ਆਇਆ। ਕਣਕ ਦਾ ਸੀਨ ਇਹਨਾਂ ਨੇ ਆਪਾਂ ਨੂੰ ਸਮਝ ਨਹੀਂ ਆਵਣ ਦਿੱਤਾ। ਤੇ ਬਹਰਹਾਲ ਕਣਕ ਵਾਲੇ ਵੀ ਹੁਣ ਜ਼ਰਾ ਹੌਸਲਾ ਕਰਿਆ, ਜੇ ਕਣਕ 35-3600 ਤੱਕ ਚਲੀ ਜਾਣੀ ਹੈ ਅਗਲੇ ਕੋਈ 10-15-20 ਦਿਨਾਂ ਤੱਕ ਇਨਸ਼ਾਅੱਲਾ। ਦੂਸਰੀ ਚੀਜ਼ ਹੁਣ ਆਪਾਂ ਗੱਲ ਕਰਨ ਲੱਗੇ ਮਕਈ ਦੀ। ਹੁਣ ਮਕਈ ਦੇ ਵਿੱਚ ਇਸ ਦਫਾ ਡਿਮਾਂਡ ਜਿਹੜੀ ਹੈ ਨਾ ਉਹ ਸਾਡੀ 40 ਲੱਖ ਟਨ ਹੈ ਭਾਰੀਆ ਮਕਈ ਦੀ, ਪੰਜਾਬ ਦੀ, ਇਕੱਲੇ ਪੰਜਾਬ ਦੀ। ਉਹਦੇ ਵਿੱਚ ਸਾਈਲੇਜ ਵੀ ਸ਼ਾਮਲ ਹੈ, ਉਹਦੇ ਵਿੱਚ ਸਾਡੀ ਦਾਣੇ ਵਾਲੀ ਮਕਈ ਵੀ ਸ਼ਾਮਲ ਹੈ, ਠੀਕ ਹੈ ਨਾ, ਯਾਨੀ ਚਾਰੇ 'ਚ ਜਿਹੜੀ ਨਿਕਲੀ ਉਹ ਵੀ ਸ਼ਾਮਲ ਹੈ, ਦਾਣੇ ਵਾਲੀ ਵੀ ਸ਼ਾਮਲ ਹੈ। ਹੁਣ ਗੱਲ ਇਹ ਇਸ ਟਾਈਮ ਸਾਡੀ ਮਕਈ ਹੈ ਕਿੰਨੀ ਹੈ? ਇੱਕ ਤਾਂ ਅੱਲਾਹ ਤਾਲਾ ਦਾ ਤਾਂ ਖੈਰ ਸ਼ੁਕਰ ਹੀ ਕਰਨਾ ਚਾਹੀਦਾ, ਜਿਸ ਹਾਲ 'ਚ ਵੀ ਹੋਈਏ ਅੱਲਾਹ ਤਾਲਾ ਦੀ ਜ਼ਾਤ ਨੇ ਗਰਮੀ ਜਿਹੜੀ ਨਾ ਅਚਾਨਕ ਔਰ ਬਹੁਤ ਸਖਤ ਸ਼ੁਰੂ ਕਰ ਦਿੱਤੀ। ਇੰਨੀ ਜ਼ਿਆਦਾ ਸਖਤ ਗਰਮੀ ਸ਼ੁਰੂ ਹੋ ਗਈ ਹੈ ਕਿ ਸਾਡੀ ਜਿਹੜੀ ਮਕਈ ਦੀ ਫਸਲ ਸੀ ਨਾ, ਅਗਰ ਓਵਰਆਲ ਅਸੀਂ ਐਵਰੇਜ ਦੀ ਗੱਲ ਕਰਨ ਲੱਗੇ ਹਾਂ ਪੂਰੇ ਪੰਜਾਬ ਦੀ, ਉਹ ਤਕਰੀਬਨ 75-76-77 ਮਣ ਦੀ ਐਵਰੇਜ ਹੈ। ਔਰ ਟੋਟਲ ਤਕਰੀਬਨ 8 ਲੱਖ ਦੇ ਕਰੀਬ ਏਕੜ ਜਿਹੜੀ ਨਾ ਮਕਈ ਕਾਸ਼ਤ ਹੈ ਪੰਜਾਬ ਦੇ ਵਿੱਚ, ਔਰ ਪੰਜਾਬ ਦੀ ਡਿਮਾਂਡ 40 ਲੱਖ ਹੈ। ਔਰ ਜੋ ਸਾਡੀ ਮੌਜੂਦਾ ਫਸਲ ਹੈ ਉਹਦੇ ਮੁਤਾਬਕ ਸਾਡੇ ਕੋਲ ਤਕਰੀਬਨ ਕੋਈ 25-25 ਲੱਖ ਟਨ ਮਕਈ ਮੌਜੂਦ ਹੈ ਜਿਹੜੀ ਸਾਡੀ ਜ਼ਮੀਨ 'ਚੋਂ ਆਉਣੀ ਹੈ। ਤੇ ਅੱਗੋਂ ਅੱਲਾ ਖੈਰ ਕਰੇ ਮੌਸਮ ਦੀ ਕੋਈ ਖਰਾਬੀ ਨਾ ਬਣੇ, ਤੇ ਇੰਨੀ ਅਗਰ ਸਹੀ ਸਲਾਮਤ ਵੀ ਜਿਹੜੀ ਨਾ ਉਹ ਇੰਡਸਟਰੀ ਕੋਲ ਪਹੁੰਚ ਜਾਵੇ ਨਾ, ਤੇ ਫਿਰ ਵੀ ਸਾਡੀ ਤਕਰੀਬਨ 15 ਤੋਂ 16 ਲੱਖ ਟਨ ਮਕਈ ਦੀ ਕਮੀ ਹੈ ਸਾਡੇ ਇਸ ਟਾਈਮ। ਜਨਾਬੇ ਵਾਲਾ ਜ਼ਿਮੀਂਦਾਰੋ ਜ਼ਰਾ ਧਿਆਨ ਕਰੋ। ਹੁਣ ਕਿਵੇਂ ਤੁਹਾਡਾ ਜ਼ਿਹਨ ਖਰਾਬ ਹੋਇਆ ਪਿਛਲੇ ਸਾਲ ਦੇ ਹਿਸਾਬ ਨਾਲ? ਪਿਛਲੇ ਸਾਲ ਹੋਇਆ ਇਹ ਸੀ ਕਿ ਪਿਛਲੇ ਸਾਲ ਇੱਕ ਤਾਂ ਮਕਈ ਦੀ ਕਾਸ਼ਤ ਜਿਹੜੀ ਨਾ 12-12.5 ਤਕਰੀਬਨ ਜਿਹੜੀ ਨਾ ਲੱਖ ਏਕੜ ਸੀ, ਤੇ ਇਸ ਦਫਾ ਮਕਈ ਦੀ ਕਾਸ਼ਤ ਹੈਗੀ 8 ਲੱਖ ਏਕੜ। ਪਿਛਲੀ ਦਫਾ ਮੌਸਮ ਬਹੁਤ ਸਾਜ਼ਗਾਰ ਰਿਹਾ ਤੇ ਮਕਈ ਦੀ ਪੈਦਾਵਾਰ ਜਿਹੜੀ 107-8 ਮਣ ਜਿਹੜੀ ਨਾ ਉਹ ਐਵਰੇਜ ਆ ਗਈ ਸੀ ਪੂਰੇ ਪੰਜਾਬ ਦੀ। ਓਵਰਆਲ ਅਗਰ ਸਾਰੇ ਪੰਜਾਬ ਦੀ ਐਵਰੇਜ ਕੱਢੀਏ 12 ਲੱਖ ਏਕੜ ਦੀ, ਤੇ ਇਸ ਦਫਾ 8 ਲੱਖ ਏਕੜ ਹੈ, ਠੀਕ ਹੈ। ਔਰ ਜਿਹੜੀ ਐਵਰੇਜ ਸਾਡੀ ਮੌਜੂਦਾ ਮੌਸਮੀ ਸੂਰਤ ਹਾਲ ਦੇ ਮੁਤਾਬਕ 75-76 ਮਣ ਦੀ ਐਵਰੇਜ, ਕਿਤੇ 150 ਮਣ ਵੀ ਆਵੇਗੀ, ਕਿਤੇ 55 ਮਣ 60 ਮਣ ਵੀ ਆਵੇਗੀ। ਯਾਨੀ ਓਵਰਆਲ ਐਵਰੇਜ ਸਾਡੀ ਜਿਹੜੀ ਹੈ ਨਾ ਉਹ 75-76 ਮਣ ਹੈ, ਔਰ ਉਹਦੇ ਹਿਸਾਬ ਨਾਲ ਸਾਡੇ ਕੋਲ 15 ਤੋਂ 16 ਲੱਖ ਟਨ ਦੀ ਕਮੀ ਹੈ। ਹੁਣ ਕਈ ਲੋਕ ਬੜੇ ਜਵਾਬ ਪੇਸ਼ ਕਰਨਗੇ ਜੀ ਇੰਟਰਨੈਸ਼ਨਲ ਮਾਰਕੀਟ 'ਚ ਮਕਈ ਮੰਦੀ। ਮੈਂ ਸਾਰਾ ਕੁਝ ਅੱਜ ਜ਼ਿਮੀਂਦਾਰਾਂ ਨੂੰ ਦੱਸ ਕੇ ਜਾਵਾਂਗਾ। ਪਹਿਲੀ ਗੱਲ ਹੈ ਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਸ ਟਾਈਮ ਜਿਹੜੀ ਮਕਈ ਦੀ ਕੀਮਤ ਹੈ ਨਾ ਉਹ ਜਨਾਬੇ ਵਾਲਾ ਤਕਰੀਬਨ 3900 ਰੁਪਏ 'ਚ ਮਨ ਪਹੁੰਚ ਪੈਂਦੀ ਹੈ। 3900 ਰੁਪਏ 'ਚ ਮਨ, ਸਾਰੇ ਟੈਕਸ, ਫਰੇਟ ਚਾਰਜਿਸ, ਹਰ ਚੀਜ਼ ਪਾ ਕੇ। ਅੱਛਾ, ਹੁਣ ਯਾਨੀ ਕਿ ਮਕਈ ਦੀ ਕੀਮਤ ਬਾਕੀ ਸਾਰੀਆਂ ਚੀਜ਼ਾਂ ਦੀ ਕੀਮਤ ਹੈ ਤੈਅ ਕਰਦੇ ਨੇ ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਨਾਲ, ਪਰ ਇਹਦੇ ਤੇ ਇਹਨਾਂ ਨੂੰ ਨਹੀਂ ਸ਼ਰਮ ਆਉਣੀ ਕਿ ਅਸੀਂ ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਨਾਲ ਚੀਜ਼ ਲੈ ਲਈਏ। ਕਣਕ ਤੇ ਇਹਨਾਂ ਨੂੰ ਉਸ ਟਾਈਮ ਇੰਟਰਨੈਸ਼ਨਲ ਮਾਰਕੀਟ ਮੰਦੀ ਸੀ, ਇਹਨਾਂ ਨੇ ਇੰਟਰਨੈਸ਼ਨਲ ਮਾਰਕੀਟ ਦੇ ਮੁਤਾਬਕ ਖਰੀਦਦਾਰੀ ਕੀਤੀ, ਪਰ ਮਕਈ 'ਚ ਹੁਣ ਇਹਨਾਂ ਨੇ ਲੁੱਟਣਾ ਹੈ। ਹੁਣ ਮਕਈ ਦੀ ਇੰਟਰਨੈਸ਼ਨਲ ਮਾਰਕੀਟ ਇਸ ਟਾਈਮ ਜਿਹੜੀ 3900 ਰੁਪਈਆ ਹੈ, ਲੇਕਿਨ ਇਹਨਾਂ ਦੀ ਕੋਸ਼ਿਸ਼ ਇਹ ਆ ਕਿ ਅਸੀਂ 2000 'ਚ ਹੀ ਲੈ ਲਈਏ ਤਾਂ ਕਿ ਸਾਡਾ ਕਿਸੇ ਤਰ੍ਹਾਂ ਢਿੱਡ ਭਰ ਜਾਵੇ। ਪਰ ਜਿਹੜਾ ਨਾ ਤੁਹਾਡਾ ਢਿੱਡ ਮਿੱਟੀ ਤੋਂ ਇਲਾਵਾ ਕਿਸੇ ਸ਼ੈ ਨਾਲ ਨਹੀਂ ਭਰਨਾ, ਤੇ ਨਾ ਹੁਣ ਅਸੀਂ ਭਰਨ ਦੇਣਾ ਹੈ ਜਿਹੜੀ ਆਪਣੇ ਨਾਲ ਜ਼ਿਆਦਤੀਆਂ ਦੇ ਤਰੀਕੇ ਨਾਲ। ਜ਼ਿਮੀਂਦਾਰੋ ਗੱਲ ਇਵੇਂ ਆ ਕਿ ਜਿੰਦੇ ਕੋਲ ਜਿੰਨੀ ਮਕਈ ਹੈਗੀ ਹੈ ਨਾ, ਜਿੰਨੀ ਉਹ 2-4-5-10 ਕਿੱਲੇ ਵੇਚ ਕੇ ਉਹਦਾ ਸਰਕਲ ਚੱਲਦਾ ਨਾ, ਮੈਨੂੰ ਪਤਾ ਹਰ ਜ਼ਿਮੀਂਦਾਰ ਇਸ ਟਾਈਮ ਤਕਲੀਫ 'ਚ ਪਰੇਸ਼ਾਨ ਹੈ, ਕਿਉਂਕਿ ਗੰਦਮ ਨੇ ਵੀ ਉਹੀ ਕੰਮ ਕੀਤਾ ਔਰ ਸਾਡੇ ਨਾਲ ਹੋਇਆ ਹੈ। ਸਾਡੇ ਕੋਲ ਜ਼ਿਮੀਂਦਾਰਾਂ ਕੋਲ ਅਖਰਾਜਾਤ ਨਹੀਂ ਹੈਗੇ, ਲੇਕਿਨ ਗੱਲ ਇਹ ਆ ਕਿ ਅਸੀਂ ਇੱਕ 'ਚ ਤਾਂ ਜ਼ਲੀਲ ਹੋ ਗਏ ਹਾਂ। ਅਗਰ ਅਸੀਂ ਇਹ ਸਿਸਟਮ ਨੂੰ ਮੈਨੇਜ ਨਾ ਕੀਤਾ ਤਾਂ ਅਸੀਂ ਦੂਜੀ 'ਚ ਵੀ ਜ਼ਲੀਲ ਹੋ ਜਾਵਾਂਗੇ। ਕਈ ਲੋਕ ਇਹਦੇ ਵਿੱਚ ਜਵਾਬ ਪੇਸ਼ ਕਰਨਗੇ, ਸਟਾਕ ਮਾਫੀਆ ਤੁਹਾਨੂੰ ਜ਼ਿਮੀਂਦਾਰਾਂ ਨੂੰ ਗੱਲਾਂ 'ਚ ਲਿਆਉਣ ਦੀ ਕੋਸ਼ਿਸ਼ ਕਰਨਗੇ ਕਿ ਜਨਾਬ ਗੰਦਮ ਜਿਹੜੀ ਨਾ ਨਾਲ ਫੀਡ 'ਚ ਇਸਤੇਮਾਲ ਹੁੰਦੀ ਹੈ ਕਣਕ ਮਕਈ ਦੇ,
ਤੇ ਗੰਦਮ ਤਾਂ ਸਸਤੀ ਹੈ ਤੇ ਮਕਈ ਮਹਿੰਗੀ ਨੂੰ ਨਹੀਂ। ਗੰਦਮ ਦੀ ਮਾਰਕੀਟ ਜਨਾਬ ਇਸ ਟਾਈਮ 3200 ਤਕਰੀਬਨ 3200 ਦੇ ਕਰੀਬ ਇੰਟਰਨੈਸ਼ਨਲ ਮਾਰਕੀਟ ਹੈ ਫੀ ਮਨ, ਔਰ ਜਿਹੜੀ ਅਗਲੇ ਚੰਦ ਦਿਨਾਂ 'ਚ 35-3600 ਹੋਣ ਵਾਲੀ ਇੱਕ ਗੱਲ। ਔਰ ਦੂਸਰੀ ਗੱਲ ਇਹ ਆ ਕਿ ਜਿਹੜੀ ਗੰਦਮ ਜਿੰਨੀ ਰੇਸ਼ੋ ਪੈਂਦੀ ਹੈ ਨਾ ਮਕਈ ਦੇ ਨਾਲ ਇਸਤੇਮਾਲ ਹੁੰਦੀ, ਉਨੀ ਰੇਸ਼ੋ ਰਹਿਣੀ ਹੈ। ਉਹਨਾਂ ਨੇ ਆਪਣੇ ਕਾਰੋਬਾਰ ਨਹੀਂ ਬੰਦ ਕਰਾਉਣੇ ਇੰਡਸਟਰੀ ਵਾਲੇ, ਉਹਨਾਂ ਆਪਦੀ ਫੀਡ ਵੀ ਵੇਚਣੀ, ਉਹਨਾਂ ਨੇ ਬਾਕੀ ਚੀਜ਼ਾਂ ਵੀ ਵੇਚਣੀਆਂ ਨੇ, ਉਹਨਾਂ ਕੁਆਲਿਟੀ ਤੇ ਕੰਪਰੋਮਾਈਜ਼ ਨਹੀਂ ਕਰਨਾ ਜਿਹੜੇ ਅੱਛੇ ਕੰਮ ਕਰਨ ਵਾਲੇ। ਤੇ ਜਿਹੜੇ ਫੜਲੂ ਨੇ ਉਹ ਜੋ ਮਰਜ਼ੀ ਕੀਤੀ ਜਾਣ, ਉਹਨਾਂ ਨੂੰ ਕਿੰਨੇ ਪੁੱਛਣਾ ਹੈ, ਤੇ ਪੁੱਛਣ ਵਾਲਾ ਹੈਗਾ ਵੀ ਕੋਈ ਨਹੀਂ ਸਾਡੇ ਮੁਲਕ 'ਚ। ਬਹਰਹਾਲ ਅੱਜ ਦੀ ਗੱਲ ਇਹ ਜ਼ਿਮੀਂਦਾਰਾਂ ਲਈ ਸੀ, ਤੇ ਹੁਣ ਜ਼ਿਮੀਂਦਾਰ ਕਰਦੇ ਕੀ ਪਏ ਨੇ, ਆਖਰੀ ਗੱਲ ਹੁਣ ਮੈਂ ਤੁਹਾਨੂੰ ਸਮਝਾਉਣ ਲੱਗਾ। ਜ਼ਿਮੀਂਦਾਰ ਨਾ ਬਾਵਲੇ ਹੋਏ ਪਏ ਨੇ, ਬਾਵਲੇ ਇਸ ਗੱਲੋਂ ਹੋਏ ਪਏ ਨੇ, ਕਣਕ ਨੇ ਬਾਵਲਿਆਂ ਕਰ ਦਿੱਤਾ, ਮਕਈ ਨੇ ਬਾਵਲਿਆਂ ਕਰ ਦਿੱਤਾ, ਪਰ ਅੱਜ ਸਬਰ ਕਰਨਾ ਹੈ। ਅੱਲਾ ਸਾਬਰੀਨ ਦੇ ਸਾਥ ਹੈ ਇਨਸ਼ਾਅੱਲਾ ਤਾਲਾ, ਇਨੱਲਾਹ ਮਾ ਸਾਬਰੀਨ, ਅੱਲਾਹ ਤਾਲਾ ਸਬਰ ਕਰਨ ਵਾਲਿਆਂ ਦੇ ਸਾਥ ਹੈ। ਔਰ ਇੱਥੇ ਆ ਕੇ ਹੁਣ ਸਾਡਾ ਇਮਤਿਹਾਨ ਹੈ ਜ਼ਿਮੀਂਦਾਰਾਂ ਦਾ, ਇਹ ਕਹਿ ਲਓ ਪਹਿਲਾ ਔਰ ਆਖਰੀ ਇਮਤਿਹਾਨ। ਇਹ ਗੱਲ ਜ਼ਿਹਨ 'ਚ ਰੱਖ ਲੈ ਜੇ, ਪਹਿਲਾ ਔਰ ਆਖਰੀ ਇਮਤਿਹਾਨ ਸਾਡਾ ਸ਼ੁਰੂ ਹੋ ਗਿਆ। ਅਗਰ ਅਸੀਂ ਬਲੈਕ ਮਾਫੀਆ ਤੋਂ ਬਲੈਕ ਹੋ ਗਏ ਤੇ ਅਸੀਂ ਜਿਹੜਾ ਨਾ ਅੱਗੇ ਹਰ ਫਸਲ 'ਚ ਬਲੈਕ ਹੋਵਾਂਗੇ, ਔਰ ਅਗਰ ਅਸੀਂ ਨਹੀਂ ਬਲੈਕ ਹੋਏ ਤੇ ਫਿਰ ਅਸੀਂ ਇਨਸ਼ਾਅੱਲਾ ਤਾਲਾ ਠੀਕ ਰਹਾਂਗੇ ਹਰ ਫਸਲ 'ਚ। ਜਿਹੜਾ ਪਿਛਾਂ 2 'ਚ ਹੋ ਗਏ ਆ ਉਹਦੀ ਅਸੀਂ ਜਿਹੜਾ ਨਾ ਉਹ ਤਾਂ ਹੁਣ ਅਸੀਂ ਬਰਲ ਮਲ ਕੇ ਲਗੇ ਫਿਰਨੇ ਆ ਕੰਡ ਤੇ, ਲੇਕਿਨ ਇਹ ਅੱਗੇ ਅਸੀਂ ਨਹੀਂ ਕਰਨਾ। ਹੁਣ ਗੱਲ ਅਸੀਂ ਹੁਣ ਜ਼ਿਮੀਂਦਾਰ ਬਾਵਲੇ ਹੋ ਕੇ ਪਤਾ ਕੀ ਕਰਦੇ ਪਏ, ਕੱਚੀਆਂ ਮਕਈਆਂ ਚਲਾਈ ਜਾਂਦੇ ਨੇ। ਇੱਕ ਕੱਚੀ ਮਕਈ ਚਲਾਉਣ ਨਾਲ ਹੋਣਾ ਕੀ ਹੈ, ਤੁਹਾਡੀ ਪੈਦਾਵਾਰ ਘੱਟ ਹੋਣੀ 10 ਤੋਂ 15%। ਜਿੰਨੀ ਤੁਹਾਡੀ ਪੈਦਾਵਾਰ ਘੱਟ ਹੋਊਗੀ ਰੇਟ ਉਨਾ ਹੀ ਮਜ਼ੀਦ ਵੱਧ ਜਾਣਾ। ਜ਼ਾਹਿਰ ਹੈ ਤੁਹਾਡੀ ਫੀ ਏਕੜ ਪੈਦਾਵਾਰ ਜਦੋਂ ਘੱਟ ਗਈ 10 ਤੋਂ 15% ਤਾਂ ਇੱਕ ਤੁਸੀਂ ਨੁਕਸਾਨ ਕਰ ਰਹੇ ਹੋ ਫਸਲ ਦਾ। ਦੂਸਰਾ ਇਹ ਆ ਕਿ ਤੁਸੀਂ ਜਿਹੜਾ ਨਾ ਉਹ ਧੱਕੋ ਧੱਕੀ ਤਰਲਿਆਂ ਨਾਲ ਇੱਕ ਚੀਜ਼ ਲੈਣ ਦੇਣ ਡੇ ਹੋ ਜਿਹਦੀ ਕਦਰ ਹੈ, ਜਿਹੜੀ ਕਦਰ ਵਾਲੀ ਸ਼ੈ ਉਹਨੂੰ ਤੁਸੀਂ ਧੱਕੇ ਨਾਲ ਮਿੰਨਤਾਂ ਨਾਲ ਦੇਣੀ ਹੈ ਵਪਾਰੀ ਨੂੰ। ਜੋ ਤੁਸੀਂ ਇੱਕੋ ਦਫਾ ਸਾਰਿਆਂ ਨੇ ਸ਼ੁਰੂ ਹੋ ਜਾਣਾ ਵੀ ਸੁੱਟੋ ਹੁਣ ਸੁੱਟੋ ਬਸ, ਇਹਨੂੰ ਕਿਸੇ ਦਾ ਲਾਓ ਕਿਤੇ ਜਿਹੜਾ ਨਾ ਸਾਡੇ ਗੱਲ ਨਾ ਪੈਂਦੀ ਹੋਵੇ। ਗੱਲ ਕੁਛ ਨਹੀਂ ਪੈਂਦੀ, ਇਹਨੂੰ ਸਕੂਨ ਨਾਲ ਸਬਰ ਨਾਲ ਹੌਸਲੇ ਨਾਲ ਆਪਦੀ ਫਸਲ ਪੂਰੀ ਪੱਕਣ ਦਿਓ, ਉਹਨੂੰ ਅੱਛੇ ਤਰੀਕੇ ਨਾਲ ਸੁਕਾਓ। ਮੈਂ ਹਰ ਤਰੀਕਾ ਤੁਹਾਨੂੰ ਦੱਸਾਂਗਾ ਕਿਹੜੀ ਫਸਲ ਪੱਕੀ ਕਿਦੋਂ ਹੈ, ਪਾਣੀ ਆਖਰੀ ਕਿਦੋਂ ਲਾਣਾ ਹੈ, ਉਹਦੀ ਜਿਹੜੀ ਉਹਦੀ ਖੁਸ਼ਕ ਕਿਵੇਂ ਕਰਨਾ ਹੈ, ਛੱਲ ਕਿਵੇਂ ਕਰਨਾ ਹੈ, ਵੇਚਣੀ ਕਿਵੇਂ, ਇਨਸ਼ਾਅੱਲਾ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਾਂਗਾ। ਸਕੂਨ ਨਾਲ ਛੱਲ ਕਰੋ, ਉਹਨੂੰ ਅੱਛੇ ਤਰੀਕੇ ਨਾਲ 11-12 ਮੋਇਸਚਰ ਤੇ ਉਹਨੂੰ ਸੁਕਾਓ। ਉਸ ਤੋਂ ਬਾਅਦ ਜਨਾਬ ਉਹਦਾ ਰੇਟ ਲਾਓ, ਪਤਾ ਲੱਗੇ ਨਾਲੇ ਸਵਾਦ ਆਉਂਦਾ ਕਿ ਨਹੀਂ। ਔਰ ਮੈਂ ਤੁਹਾਨੂੰ ਅੱਜ ਦੱਸ ਦਿਆਂ, ਅਗਰ ਤੁਸੀਂ ਥੋੜ੍ਹਾ ਜਿਹਾ ਹੌਸਲੇ ਨਾਲ ਮਕਈ ਸੇਲ ਕੀਤੀ ਨਾ ਤੇ ਮਕਈ ਜਨਾਬ 27-2800 ਰੁਪਇਆ ਮਾਮੂਲੀ ਰੇਟ ਹੈ, 27-2800 ਤੇ ਪਹੁੰਚ ਜਾਣੀ ਹੈ, ਮਾਮੂਲੀ ਰੇਟ ਹੈ। ਤੇ ਵੈਸੇ ਮਾਫੀਆ ਨੇ ਕੀ ਕਰਨਾ, ਤੁਹਾਨੂੰ ਜ਼ਹਿਨੀ ਮਫਲੂਜ ਕਰਕੇ ਤੇ ਤੁਹਾਡੇ ਕੋਲੋਂ ਕੀ ਕਰਨਾ 1800 2000 1500 ਇਹਨਾਂ ਨੇ ਮਕਈ ਖੋਣੀ ਹੈ। ਤੇ ਜੇ ਬਾਰਿਸ਼ਾਂ ਬੁਰਸ਼ਾਂ ਦਾ ਕੋਈ ਸਿਲਸਿਲਾ ਹਲਕਾ ਫੁਲਕਾ ਆਵੇ, ਅਵਲ ਤਾਂ ਅੱਲਾਹ ਪਾਕ ਰਹਿਮ ਕਰੇਗਾ, ਤੇ ਫਿਰ ਸਕੂਨ ਕਰ ਲੈਣਾ, ਕੋਈ ਗੱਲ ਨਹੀਂ, 2 ਦਿਨ ਅੱਗੇ ਕੀ ਤੇ ਪਿੱਛੇ ਕੀ, ਤੇ ਅਗਲੀ ਫਸਲ ਦੇ ਚੱਕਰ 'ਚ ਪਿਛਲੀ ਨਹੀਂ ਗੁਆਉਣੀ। ਤੇ ਕਾਇਮ ਹੋਇਓ ਬਸ ਇਸ ਗੱਲ ਤੇ, ਇਨਸ਼ਾਅੱਲਾ ਤਾਲਾ ਮਕਈ ਜਿਹੜੀ ਨਾ ਉਵੇਂ ਹੀ ਕਰੇਗੀ ਜਿਵੇਂ ਆਲੂ ਨੇ ਇਨਸ਼ਾਅੱਲਾ ਤਾਲਾ ਆਪਾਂ ਨੂੰ ਰਿਜ਼ਕ ਦਿੱਤਾ, ਇਵੇਂ ਇਨਸ਼ਾਅੱਲਾ ਤਾਲਾ ਮਕਈ ਵੀ ਰਿਜ਼ਕ ਦੇਗੀ ਔਰ ਸੋਹਣਾ ਰਿਜ਼ਕ ਦੇਗੀ। ਬਾਕੀ ਜਿਹੜਾ ਨਾ ਉਸ ਰਿਜ਼ਕ ਦੇ ਵਿੱਚ ਸਾਡਾ ਫਰਜ਼ ਹੈ ਕਿ ਮਾੜਿਆਂ ਦਾ, ਅਗਲਿਆਂ ਪਿਛਲਿਆਂ ਦਾ ਉਹਦਾ ਹਿੱਸਾ ਰੱਖਣਾ ਲਾਜ਼ਮੀ, ਤੇ ਇਸ ਮਾਫੀਆ ਕੋਲੋਂ ਖੋਹਣਾ ਹੈ। ਜਿਨ੍ਹਾਂ ਦੇ ਢਿੱਡ ਏਡੇ ਏਡੇ ਵੱਡੇ ਨੇ ਉਹਨਾਂ 'ਚ ਸਮੁੰਦਰ ਹੀ ਵੜੀ ਜਾਂਦੇ ਨੇ, ਪੂਰੇ ਨਹੀਂ ਪਏ ਹੁੰਦੇ। ਬਾਹਰ ਇਹਨਾਂ ਦੇ ਢਿੱਡ ਅੱਲਾ ਹੀ ਭਰੇਗਾ, ਅਸੀਂ ਤਾਂ ਕੁਛ ਨਹੀਂ ਕਹਿ ਸਕਦੇ, ਤੇ ਭਰੇਗਾ ਵੀ ਮਿੱਟੀ ਨਾਲ ਹੀ, ਉਵੇਂ ਨਹੀਂ ਭਰਨੇ। ਤੇ ਇਹਦੇ ਨਾਲ ਹੀ ਇਜਾਜ਼ਤ ਦਿਓ। ਕਿਸਾਨ ਜ਼ਿੰਦਾਬਾਦ, ਪਾਕਿਸਤਾਨ ਪੈਂਦਾਬਾਦ। ਬਹੁਤ ਜ਼ਿੰਦਾਬਾਦ।